ਗੁਰੂ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ। ਸਿਮਰ ਅੰਗਦ ਦੁਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵੋ ਜੀ, ਹਿਰਦੈ ਧਿਆਵੋ। ਧੰਨ ਗੁਰੂ ਰਾਮਦਾਸ ਗੁਣ ਗਾਵੋ, ਗੁਰ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ। ਸ੍ਰੀ ਹਰਿਗੋਬਿੰਦ ਸੁਭ ਸੁਮਤਿ ਪ੍ਰਕਾਸ਼ਕ, ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ, ਗੁਰ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਤਰੋ ਤਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਜ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਏਕੰਕਾਰ ਸਤਿਗੁਰੂ, ਤੇਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਇ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਨ ਭੀਮ ਚੰਦ ਹਿਰਦੇ ਅਦਿਕ ਆਨੰਦ, ਕਰ ਬੋਲਿਓ ਹਾਥ ਬੰਦ। ਤੁਮ ਗੁਣ ਕੇ ਨਿਕੇਤ ਹੋ, ਸ਼ਰਨ ਪਰਤ ਹੀਰ। ਰਛਿਆ ਕੋ ਕਰਤ ਫੇਰ, ਆਪ ਸੁਖ ਸੰਗ ਬਸੋ। ਸਭ ਸੁਖ ਦੇਤ ਹੋ, ਸੁਨ ਭੀਮ ਚੰਦ ਹਿਰਦੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਅਕਾਲ ਪੁਰਖ ਅੰਤਰਜਾਮੀ, ਲੋਕ ਪਰਲੋਕ ਦੇ ਰੱਖਿਅਕ, ਸਦਾ ਸਹਾਈ ਸਦ ਬਖਸ਼ਿੰਦ, ਸਦਾ ਮਿਹਰਬਾਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਮਿਹਰ ਰਹਿਮਤ ਦਾ ਸਦਕਾ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਪਾਵਨ, 'ਪਵਿੱਤਰ, 'ਗੁਰ ਇਤਿਹਾਸ ਨੂੰ ਸਰਵਣ ਕਰ ਰਹੇ ਹਾਂ। 'ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਪਾਵਨ, ਪਵਿੱਤਰ, 'ਗੁਰ ਇਤਿਹਾਸ ਨੂੰ ਸਰਵਣ ਕਰ ਰਹੇ ਹਾਂ। 'ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਪਾਵਨ, 'ਪਵਿੱਤਰ, 'ਗੁਰ ਇਤਿਹਾਸ ਨੂੰ ਸਰਵਣ ਕਰ ਰਹੇ ਹਾਂ।
ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਿਸ ਵੇਲੇ ਪਾਉਂਟਾ ਸਾਹਿਬ ਤੋਂ ਭੰਗਾਣੀ ਦਾ ਯੁੱਧ ਜਿੱਤ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਅਨੰਦਪੁਰ ਸਾਹਿਬ ਆਏ ਹਨ। ਬੇਅੰਤ ਸਿੱਖ ਸੰਗਤਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਪਰਸ਼ਨ ਕਰਨ ਵਾਸਤੇ ਆਉਂਦੀਆਂ ਔਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਅੰਤ ਸਿੱਖ ਸੰਗਤ ਅਮੋਲਕ ਭੇਟਾਵਾਂ ਅਰਪਣ ਕਰਦੀਆਂ ਸਤਿਗੁਰੂ ਦੀ ਰਹਿਮਤ ਪ੍ਰਾਪਤ ਕਰਦੀਆਂ ਹਨ। ਭੀਮ ਚੰਦ ਰਾਜੇ ਨੇ ਜਦੋਂ ਗੁਰੂ ਮਹਾਰਾਜ ਸਾਹਿਬ ਜੀ ਦੇ ਨਾਲ ਕਿਸੇ ਪ੍ਰਕਾਰ ਦਾ ਵੀ ਕੋਈ ਵਾਹ ਨਾ ਚੱਲ ਸਕਿਆ, ਕੋਈ ਤਾਕਤ ਦਾ ਜ਼ੋਰ ਨਾ ਚੱਲ ਸਕਿਆ, ਅਖੀਰ ਨੂੰ ਫੈਸਲਾ ਕੀਤਾ ਕਿ ਗੁਰੂ ਮਹਾਰਾਜ ਸਾਹਿਬ ਜੀ ਦੇ ਨਾਲ ਸੁਲ੍ਹਾ ਕਰ ਲੈਣੀ ਚਾਹੀਦੀ ਹੈ। ਆਪਣੇ ਵਜ਼ੀਰ ਨੂੰ ਸਤਿਗੁਰੂ ਜੀ ਦੇ ਕੋਲ ਭੇਜਿਆ। ਵਜ਼ੀਰ ਨੇ ਆ ਕੇ ਸਤਿਗੁਰੂ ਜੀ ਦੇ ਚਰਨਾਂ 'ਚ ਬੇਨਤੀ ਕੀਤੀ, ਮਹਾਰਾਜ ਜੀ ਆਪ ਜੀ ਸਦ ਬਖਸ਼ਿੰਦ ਹੋ, ਮਿਹਰਬਾਨ ਹੋ, ਦਇਆ ਕਰਨ ਵਾਲੇ ਹੋ, ਸਤਿਗੁਰੂ ਸੱਚੇ ਪਾਤਸ਼ਾਹ ਆਪ ਦਇਆ ਕਰੋ, ਮਿਹਰ ਕਰੋ। ਮਹਾਰਾਜ ਜੀ ਜੋ ਪਹਿਲਾਂ ਵਰਤ ਚੁੱਕਿਆ ਉਹਨੂੰ ਬਖਸ਼ ਦੇਵੋ। ਭੀਮ ਚੰਦ ਰਾਜਾ ਆਪ ਜੀ ਦੇ ਹਜ਼ੂਰ ਆ ਕੇ ਮਾਫੀ ਮੰਗਣੀ ਚਾਹੁੰਦਾ ਹੈ, ਆਪਣੇ ਆਪ ਨੂੰ ਬਖਸ਼ਾਉਣਾ ਚਾਹੁੰਦਾ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਹਿ ਦਿੱਤਾ ਕਿ ਉਹ ਆਪਦਾ ਕਪਟ, ਛਲ, ਝੂਠ, ਫਰੇਬ ਛੱਡ ਕੇ ਆ ਜਾਵੇ। ਤੇ ਗੁਰੂ ਨਾਨਕ ਦਾ ਦਰ ਐਸਾ ਹੈ ਜਿਹੜਾ ਨਿਮਾਣਾ ਨਿਤਾਣਾ ਹੋ ਕੇ ਗੁਰੂ ਨਾਨਕ ਸਾਹਿਬ ਜੀ ਦੇ ਦਰ ਤੇ ਆਉਂਦਾ। ਸਤਿਗੁਰੂ ਸੱਚੇ ਪਾਤਸ਼ਾਹ ਉਹਨੂੰ ਬਖਸ਼ ਦਿੰਦੇ ਹਨ। ਬਖਸ਼ਿੰਦ ਸਤਿਗੁਰੂ ਹੈ। ਭੀਮ ਚੰਦ ਸਤਿਗੁਰੂ ਜੀ ਦੇ ਹਜ਼ੂਰੀ ਆਇਆ। ਆ ਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਕੋਲੋਂ ਹੱਥ ਜੋੜ ਕੇ ਭੀਮ ਚੰਦ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅਰਦਾਸ ਕੀਤੀ, ਸਤਿਗੁਰੂ ਆਪ ਜੀ ਕਰਾਮਾਤ ਦੇ ਸਾਹਿਬ ਹੋ, ਤੁਸੀਂ ਅਦਭੁਤ ਚਰਿੱਤਰ ਵਾਲੇ ਹੋ, ਆਪਣੇ ਵੱਲੋਂ ਮਨ ਨੂੰ ਮੋੜ ਦਿੰਦੇ ਹੋ। ਮਹਾਰਾਜ ਸੱਚੇ ਪਾਤਸ਼ਾਹ ਮੇਰੇ ਪਾਸੋਂ ਜਿਤਨੇ ਵੀ ਅਪਰਾਧ ਹੋਏ ਹਨ, ਜੋ ਮੈਂ ਭੁੱਲ ਕੇ ਮਾੜਾ ਕੰਮ ਕੀਤਾ ਹੈ, ਜੋ ਮੈਂ ਪਾਪ ਕਮਾਇਆ ਹੈ, ਮਹਾਰਾਜ ਮੈਂ ਲੋਕਾਂ ਪਾਸੋਂ ਸੁਣਿਆ ਕਿ ਆਪ ਜੀ ਦਾ ਬਿਰਦ ਬਖਸ਼ਣ ਵਾਲਾ ਹੈ। ਸੋ ਕਿਰਪਾ ਕਰਕੇ ਮੈਨੂੰ ਬਖਸ਼ ਦੇਵੋ। ਤੁਸੀਂ ਕਿਰਪਾ ਦੇ ਘਰ ਹੋ, ਮੈਨੂੰ ਆਪਣੀ ਸ਼ਰਨ ਵਿੱਚ ਰੱਖੋ। ਆਪ ਤਰਨ ਤਾਰਨ ਸਰੂਪ ਹੋ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਭੀਮ ਚੰਦ ਨੇ ਹੱਥ ਜੋੜੇ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਐ ਰਾਜਨ, ਪਹਿਲਾਂ ਤੂੰ ਜਿਹੜਾ ਵੈਰ ਕੀਤਾ ਤੇ ਵੈਰ ਵਾਲੇ ਕਾਰਜ ਕੀਤੇ ਹਨ, ਉਹਨਾਂ ਨੂੰ ਚੰਗੀ ਤਰ੍ਹਾਂ ਤੂੰ ਆਪਣੇ ਚਿੱਤ ਵਿੱਚ ਜਾਣ ਲੈ। ਤੂੰ ਕੱਪ ਧਾਰ ਕੇ ਸਾਡੇ ਕੋਲੋਂ ਹਾਥੀ, ਚੰਦੋਆ, 5 ਕਿੱਲਾ ਸ਼ਸਤਰ ਲੈਣਾ ਚਾਹੁੰਦਾ ਸੈਂ। ਬਾਰ-ਬਾਰ ਤੂੰ ਆਪਣੇ ਆਦਮੀਆਂ ਨੂੰ ਭੇਜਿਆ, ਉਹ ਮਿੱਠੇ ਪਿਆਰੇ ਹੋ ਕੇ ਸਾਡੇ ਕੋਲ ਆਉਂਦੇ ਤੇ ਅੰਦਰ ਉਹਨਾਂ ਦੇ ਕੱਪ ਸੀ ਜਿਹੜਾ ਤੂੰ ਸਮਝਾਇਆ ਸੀ। ਤੇ ਅਸੀਂ ਸਾਰਮੌੜ ਦੇਸ ਭਾਵ ਪਾਉਂਟਾ ਸਾਹਿਬ ਵਾਲੇ ਪਾਸੇ ਨੂੰ ਚਲੇ ਗਏ। ਉੱਥੇ ਜਾ ਕੇ ਵੀ ਤੂੰ ਬਹੁਤ ਹੰਕਾਰ ਕੀਤਾ, ਝਗੜਾ ਖੜਾ ਕੀਤਾ। ਸਾਰੇ ਪਹਾੜੀ ਰਾਜੇ ਆਪਣੇ ਆਪ ਨੂੰ ਤਾਕਤਵਰ ਸਮਝਦੇ ਸਨ, ਸਾਡੇ ਨਾਲ ਆ ਕੇ ਜੰਗ ਲੜਿਆ। ਤੂੰ ਆਪਣੇ ਨਾਲ ਦੇ ਸਾਥੀਆਂ ਦਾ, ਰਾਜਿਆਂ ਦਾ, ਆਪਣੇ ਭਰਾਵਾਂ ਦਾ ਹੰਕਾਰ ਮਾਣਿਆ ਵੀ ਮੇਰੇ ਨਾਲ ਦੇ ਆ, ਉਹਨਾਂ ਨੂੰ ਨਾਲ ਤਾਕਤ ਸਮਝਿਆ, ਤੇਰੇ ਅੰਦਰ ਹੰਕਾਰ ਆ ਗਿਆ। ਪਰ ਸਾਡਾ ਸਹਾਇਕ ਤਾਂ ਵਾਹਿਗੁਰੂ ਪਰਮੇਸ਼ਰ ਹੈ ਇੱਕ। ਵਾਹਿਗੁਰੂ ਪਰਮੇਸ਼ਰ ਤੋਂ ਬਗੈਰ ਸਾਡਾ ਹੋਰ ਕੋਈ ਸਹਾਇਕ ਨਹੀਂ ਹੈ। ਗੁਰੂ ਮਹਾਰਾਜ ਸਾਹਿਬ ਜੀ ਨੇ ਕਹਿਣ ਲੱਗੇ, ਵਾਹਿਗੁਰੂ ਪਰਮੇਸ਼ਰ ਨੇ ਸਾਡੀ ਸਹਾਇਤਾ ਕੀਤੀ, ਸਾਡੀ ਜਿੱਤ ਪ੍ਰਾਪਤ ਹੋਈ। ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਜਿਹੜੇ ਸਾਡੇ ਸੂਰਬੀਰ ਜਾਂਦੇ ਆ, ਜਿੱਥੇ ਘਾਹ ਵੇਖਦੇ ਆ ਉਹ ਲੈ ਲੈਂਦੇ ਆ, ਉੱਥੇ ਜਾ ਕੇ ਹੋਰ ਕੋਈ ਮਾੜਾ ਕੰਮ ਨਹੀਂ ਕਰਦੇ। ਗੁਰੂ ਘਰ ਦੇ ਨਾਲ ਹੁਣ ਤੁਸੀਂ ਹੱਥ ਜੋੜ ਕੇ ਮਿਲੇ ਹੋ, ਇਸ ਕਰਕੇ ਅਸੀਂ ਵੀ ਹੁਣ ਖਿਮਾ ਧਾਰ ਕੇ ਇਹਨਾਂ ਨੂੰ ਕਹਿ ਕੇ ਵਰਜ ਦੇਵਾਂਗੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਐਸਾ ਭੀਮ ਚੰਦ ਨੂੰ ਕਿਹਾ। ਭੀਮ ਚੰਦ ਸਤਿਗੁਰੂ ਜੀ ਦੀ ਹਜ਼ੂਰੀ ਹੈ। ਆਓ ਮਨ ਬਿਰਤੀਆਂ ਇਕਾਗਰ ਕਰਕੇ ਆਉਣ ਵਾਲਾ ਪ੍ਰਸੰਗ ਸਰਵਣ ਕਰੀਏ ਜੀ। ਵਾਹਿਗੁਰੂ ਸਾਹਿਬ ਜੀ।
ਸੁਨ ਭੀਮ ਚੰਦ ਹਿਰਦੈ ਅਦਿਕ ਆਨੰਦ ਕਰ। ਹਾਂਜੀ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਸੁਨ ਭੀਮ ਚੰਦ ਹਿਰਦੈ ਅਦਿਕ ਆਨੰਦ ਕਰ, ਬੋਲਿਓ ਹਾਥ ਬੰਦ ਤੁਮ ਗੁਣ ਕੇ ਨਕੇਤ ਹੋ। ਇਹ ਸੁਣ ਕੇ ਭੀਮ ਚੰਦ ਨੇ ਆਪਣੇ ਹਿਰਦੇ ਵਿੱਚ ਆਨੰਦ ਧਾਰ ਕੇ ਫਿਰ ਦੋਵੇਂ ਹੱਥ ਜੋੜ ਕੇ ਬੋਲਿਆ, ਸਤਿਗੁਰੂ ਜੀ ਤੁਮ ਗੁਣ ਕੇ ਨਕੇਤ ਹੋ, ਤੁਸੀਂ ਗੁਣਾਂ ਦੇ ਘਰ ਹੋ। ਸ਼ਰਨ ਪਰਤ ਹੀਰ ਰਛਿਆ ਕੋ ਕਰਤ ਫੇਰ। ਮਹਾਰਾਜ ਜੀ ਤੁਸੀਂ ਸ਼ਰਨ ਵਿੱਚ ਪਿਆ ਵੇਖ ਕੇ ਉਹਦੀ ਰੱਖਿਆ ਕਰਦੇ ਹੋ। ਆਪ ਸੁਖ ਸੰਗ ਬਸੋ ਸਭ ਸੁਖ ਦੇਤ ਹੋ। ਮਹਾਰਾਜ ਜੀ ਆਪ ਸੁਖ ਦੇ ਨਾਲ ਰਹੋ ਅਤੇ ਸਾਰਿਆਂ ਨੂੰ ਸੁਖ ਦਿੰਦੇ ਹੋ। ਕਾਹਲੂਰ ਦੇਸ਼ ਜੋ ਵਿਸ਼ੇਸ਼ ਹੈ ਅਸ਼ੇਸ਼ ਲਖੋ। ਮਹਾਰਾਜ ਜੀ ਇਹ ਜਿਹੜੀ ਕਹਿਲੂਰ ਦੀ ਰਿਆਸਤ ਹੈ, ਕਹਿਲੂਰ ਦਾ ਦੇਸ਼ ਹੈ, ਇਹਨੂੰ ਵਿਸ਼ੇਸ਼ ਸਮਝੋ। ਫਿਰ ਕਹਿਣ ਲੱਗਿਆ, ਆਪਣਾ ਪਛਾਣ ਕੇ ਆਪ ਨੂੰ ਪਛਾਣ ਕੇ ਹਮੇਸ਼ਾ ਸੁਧ ਲੇਤ ਹੋ। ਆਪਣਾ ਪਛਾਣ ਕੇ ਸਦਾ ਖਬਰਸਾਰ ਲੈਂਦੇ ਰਹੋ। ਅੰਤਰੋ ਨਾ ਕਰੈ ਹਮ ਸਦਾ ਅਨੁਸਰੈ ਹੋਏ। ਅਸੀਂ ਅੰਤਰਾ ਨਹੀਂ ਕਰਾਂਗੇ, ਅਸੀਂ ਕਿਸੇ ਪ੍ਰਕਾਰ ਦੀ ਈਰਖਾ ਨਹੀਂ ਕਰਾਂਗੇ, ਤੁਹਾਡੇ ਨਾਲ ਸਦਾ ਅਨੁਸਰਾ ਹੋਏ, ਸਦਾ ਤੁਹਾਡੇ ਅਨੁਸਾਰੀ ਹੋ ਕੇ ਰਹਾਂਗੇ। ਭੀਮ ਚੰਦ ਸਤਿਗੁਰੂ ਜੀ ਨੂੰ ਬੇਨਤੀਆਂ ਕਰਦਾ ਹੈ, ਸੇਵਾ ਕੋ ਸਨੇਹ ਧਰੈ ਕੁਐ ਨਾ ਪੁੰਨ ਭੇਤ ਹੋ। ਸੇਵਾ ਵਾਸਤੇ ਅਸੀਂ ਆਪਦੇ ਅੰਦਰ ਸਨੇਹ ਧਾਰਾਂਗੇ, ਕਿਸੇ ਪ੍ਰਕਾਰ ਦਾ ਵੀ ਕੋਈ ਭੇਦ ਭਾਵ ਅੰਦਰ ਈਰਖਾ ਦੁਐਸ਼ ਬੈਰ ਨਹੀਂ ਕਰਾਂਗੇ। ਇਹ ਬੇਨਤੀਆਂ ਭੀਮ ਚੰਦ ਕਰ ਰਿਹਾ ਹੈ। ਸੁਨ ਮੁਸਕਾਨੇ ਪ੍ਰਭ ਬਹੁਰ ਬਖਾਨੇ ਬੈਨ। ਜਦੋਂ ਭੀਮ ਚੰਦ ਨੇ ਸਾਰੀ ਗੱਲ ਗੁਰੂ ਮਹਾਰਾਜ ਜੀ ਦੇ ਨਾਲ ਕਰ ਲਈ, ਆਪਣੇ ਅੰਦਰ ਦੀ ਜਿਹੜੀ ਗੱਲ ਸੀ ਕਹਿ ਦਿੱਤੀ, ਆਪਣਾ ਕੱਪ ਟਕਵਾ ਕੇ ਕਿਹਾ ਭੀਮ ਚੰਦ ਨੇ, ਬਲਾਸਪੁਰੀ ਰਾਜੇ ਨੇ, ਤਾਂ ਗੁਰੂ ਮਹਾਰਾਜ ਸਾਹਿਬ ਜੀ ਸੁਣ ਕੇ ਮੁਸਕਰਾਏ। ਤੇ ਫਿਰ ਬਾਹਰੋਂ ਬਖਾਨੇ ਬੈਨ, ਫਿਰ ਮਹਾਰਾਜ ਸਾਹਿਬ ਜੀ ਨੇ ਬੇਨਤੀ ਬਚਨ ਕੀਤੇ ਇਸ ਤਰ੍ਹਾਂ, ਪੂਰਬ ਖੋਟਾਈ ਕੈ ਨਿਕਾਈ ਤੁਮ ਠਾਨ ਤੇ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਪਹਿਲਾਂ ਖੋਟ ਜਾਂ ਚੰਗਿਆਈ ਤੁਸੀਂ ਹੀ ਕੀਤੀ ਸੀ। ਰਸ ਕੈ ਵਿਰਸ ਕਰੋ ਖੇਦ ਕੈ ਹਰਸ਼ ਧਰੋ। ਕਿ ਪ੍ਰੇਮ ਰਸ ਨੂੰ ਬੇਰਸ ਕਰਦੇ ਹੋ, ਦੁੱਖ ਜਾਂ ਪ੍ਰਸੰਨਤਾ ਧਾਰਨ ਕਰਦੇ ਹੋ। ਆਨ ਕੈ ਸਮੀਪ ਰਹੋ ਤਥਾ ਹਮ ਮਾਨਤੇ। ਦੂਰ ਜਾਂ ਨੇੜੇ ਰਹੋ, ਜਿਵੇਂ ਤੁਸੀਂ ਕਰੋ ਸਾਨੂੰ ਮਨਜ਼ੂਰ ਹੈ। ਜਹੋਂ ਦਿਸ਼ ਸੰਗਤਾਂ ਕੀ ਪੰਗਤਾਂ ਜੋ ਆਵੈ ਹੈ ਇਤ। ਸਾਰੇ ਪਾਸੇ ਜਿਹੜੀਆਂ ਸੰਗਤਾਂ ਦੀਆਂ ਪੰਗਤੀਆਂ ਇੱਧਰ ਆਉਂਦੀਆਂ ਹਨ। ਅਨੇਕ ਪ੍ਰਕਾਰ ਕੀ ਅਕੌਰਨ ਕੋ ਆਨਤੇ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਜਿਹੜੀਆਂ ਅਨੇਕ ਪ੍ਰਕਾਰ ਦੀਆਂ ਭੇਟਾਵਾਂ ਲਿਆਉਂਦੀਆਂ ਹਨ, ਹੁਣ ਉਹਨਾਂ ਨੂੰ ਕੋਈ ਵੀ ਕਿਸੇ ਪ੍ਰਕਾਰ ਦੀ ਅਬ ਤੇਨਾ ਤਿੰਨ ਕੋ ਵਿਖਾਦ ਕੋ ਕਰੈ ਕਿਮ। ਕਿਸੇ ਪ੍ਰਕਾਰ ਦਾ ਵੀ ਉਹਨਾਂ ਨਾਲ ਹੁਣ ਤੁਸੀਂ ਵਿਖਾਦ ਨਹੀਂ ਕਰਨਾ, ਕਿਸੇ ਪ੍ਰਕਾਰ ਦੀ ਵੀ ਉਹਨਾਂ ਨਾਲ ਕੋਈ ਰੁਕਾਵਟ ਨਹੀਂ ਪਾਉਣੀ। ਸੁਖ ਸੋਧ ਰਸ ਕਰ ਧਮਨ ਭਿਆਨ ਤੇ। ਉਹ ਸੁੱਖ ਦੇ ਨਾਲ ਇੱਥੇ ਆਉਣ ਸ੍ਰੀ ਅਨੰਦਪੁਰ ਸਾਹਿਬ ਅਤੇ ਦਰਸ਼ਨ ਕਰਕੇ ਵਾਪਸ ਚਲੇ ਜਾਣ। ਦੈ ਹੈ ਖੇਦ ਜੋਏ ਤਾਤ ਕਾਲ ਫਲ ਲੈ ਹੈ ਸੋਏ। ਜਿਹੜਾ ਵੀ ਉਹਨਾਂ ਨੂੰ ਦੁੱਖ ਦੇਵੇਗਾ ਉਹਨੂੰ ਤੁਰਤ ਫਲ ਪ੍ਰਾਪਤ ਕਰਨਾ ਪਵੇਗਾ। ਜਿਹੜਾ ਵੀ ਆਈ ਸੰਗਤ ਨੂੰ ਦੁੱਖ ਦੇਵੇਗਾ ਉਹਨੂੰ ਉਸੇ ਵੇਲੇ ਉਹਦਾ ਫਲ ਭੁਗਤਾ ਦੇਵਾਂਗੇ। ਬਿਲਮ ਨ ਹਮਰੇ ਤਨਕ ਭਰ ਜਾਨੀਐ। ਕਹਿਣ ਲੱਗੇ, ਰਾਜਨ ਇਸ ਗੱਲ ਦੇ ਵਿੱਚ ਕਿਸੇ ਪ੍ਰਕਾਰ ਦੀ ਵੀ ਦੇਰੀ ਨਾ ਸਮਝੋ। ਜਿਹੜਾ ਸਾਡੀ ਸੰਗਤ ਨੂੰ ਆ ਕੇ ਸਾਡੇ ਕੋਲੇ ਸ੍ਰੀ ਅਨੰਦਪੁਰ ਸਾਹਿਬ ਆ ਰਹੀ ਸੰਗਤ ਨੂੰ ਕਿਸੇ ਪ੍ਰਕਾਰ ਦੀ ਕੋਈ ਰੁਕਾਵਟ ਪਾਵੇਗਾ, ਕਿਸੇ ਪ੍ਰਕਾਰ ਦਾ ਕੋਈ ਦੁੱਖ ਦੇਵੇਗਾ, ਉਹਨੂੰ ਅਸੀਂ ਦੁੱਖ ਦੇਣ ਲੱਗੇ, ਉਹਦਾ ਜਵਾਬ ਦੇਣ ਲੱਗੇ, ਜਾਂ ਉਹਦਾ ਕੀਤਾ ਹੋਇਆ ਅਪਰਾਧ ਉਹਨੂੰ ਭੁਗਤਾਉਣ ਲੱਗੇ, ਤਨਕ ਭਰ ਜਾਨੀਏ, ਕੋਈ ਦੇਰੀ ਨਹੀਂ ਲਾਵਾਂਗੇ। ਪੂਰਬ ਵਿਗਾਰੋ ਹੇਰੋ ਜੰਗ ਕੋ ਅਖਾਰੋ ਤਬ। ਕਹਿਣ ਲੱਗੇ, ਮਹਾਰਾਜ ਭੀਮ ਚੰਦ ਜੋ ਪਹਿਲਾਂ ਵਿਗਾੜੋਗੇ ਤਾਂ ਜੰਗ ਦੇ ਅਖਾੜੇ ਵਿੱਚ ਵੇਖੋਗੇ। ਜੇ ਸਾਡੇ ਨਾਲ ਕਿਸੇ ਪ੍ਰਕਾਰ ਦਾ ਤੁਸੀਂ ਵਿਗਾੜ ਕਰੋਗੇ ਤਾਂ ਅਸੀਂ ਤੁਹਾਡੇ ਨਾਲ ਉਸ ਗੱਲ ਦਾ ਜਵਾਬ ਮੈਦਾਨੇ ਜੰਗ ਵਿੱਚ ਦੇਵਾਂਗੇ। ਨਾਹੇ ਤੋ ਹਮਾਰੋ ਆ ਤੁਮਾਰੋ ਰਸ ਸਾਨੀਐ। ਜੇ ਪ੍ਰੇਮ ਨਾਲ ਰਹੋਗੇ, ਨਹੀਂ ਤਾਂ ਫਿਰ ਸਾਡਾ ਤੇ ਤੁਹਾਡਾ ਜਿਹੜਾ ਮੇਲ ਹੈ ਉਹ ਪ੍ਰੇਮ ਰਸ ਵਾਲਾ ਰਹੇਗਾ। ਛਿਮਾ ਬਲ ਭਰੇ ਗੁਰ ਬੈਨ ਸ਼ਰੋਨ ਧਰੈ ਨਿਰਪ। ਸੇਵਾ ਵਾਲੇ ਤੇ ਫਿਰ ਸ਼ਕਤੀ ਵਾਲੇ
ਸ਼ਕਤੀ ਦੇ ਭਰੇ ਹੋਏ ਰਾਜੇ ਨੇ ਗੁਰੂ ਸਾਹਿਬ ਜੀ ਦੇ ਬਚਨ ਸੁਣੇ ਹਨ। ਬੋਲਿਓ ਪ੍ਰੇਮ ਭਰੇ ਹਮੈ ਦਾਸ ਪਹਿਚਾਨੀਐ। ਤਾਂ ਰਾਜਾ ਭੀਮ ਚੰਦ ਨੇ ਜਦੋਂ ਗੁਰੂ ਮਹਾਰਾਜ ਸਾਹਿਬ ਜੀ ਦੇ ਪ੍ਰੇਮ ਵਾਲੇ ਵੀ ਫਿਰ ਤਾਕਤ ਵਾਲੇ ਵੀ ਦੋਵੇਂ ਬੋਲ ਸਤਿਗੁਰੂ ਜੀ ਦੇ ਮੁਖ ਵਾਕ ਸੁਣ ਲਏ ਤੇ ਸੁਣ ਕੇ ਬੋਲਿਓ ਪ੍ਰੇਮ ਭਰੇ ਹਮੈ ਦਾਸ ਪਹਿਚਾਨੀਐ। ਤੇ ਪ੍ਰੇਮ ਵਿੱਚ ਭਰ ਕੇ ਭੀਮ ਚੰਦ ਰਾਜਾ ਬੋਲਿਆ, ਕਹਿਣ ਲੱਗਿਆ, ਮਹਾਰਾਜ ਪਹਿਲਾਂ ਜੋ ਹੋ ਗਿਆ ਸੋ ਹੋ ਗਿਆ ਹੈ, ਹੁਣ ਮੈਨੂੰ ਬਖਸ਼ ਦੇਵੋ, ਸਾਨੂੰ ਆਪਣੇ ਦਾਸ ਜਾਣ ਲਵੋ। ਕਾਹੇ ਲੂਰ ਦੇਸ਼ ਕੋ ਹਮੇਸ਼ ਨਿਜ ਧਾਮ ਲਖ। ਮਹਾਰਾਜ ਜੀ ਇਹ ਜਿਹੜੀ ਮੇਰੀ ਰਿਆਸਤ ਹੈ ਕਹਿਲੂਰ ਦੀ ਰਿਆਸਤ ਸਾਰੀ, ਇਹ ਕਹਿਲੂਰ ਦੇਸ਼ ਨੂੰ ਸਦਾ ਆਪਣਾ ਘਰ ਸਮਝੋ। ਕੀਜੇ ਪ੍ਰਤਪਾਰ ਸੁਧ ਲੀਜੇ ਸੁਖ ਸਾਨੀਐ। ਸਾਡੀ ਪ੍ਰਤਪਾਲਨਾ ਕਰੋ ਮਹਾਰਾਜ, ਸਾਡੀ ਸੁਖ ਸਾਂਦ ਦੀ ਖਬਰ ਲੈਂਦੇ ਰਹੋ। ਏਵ ਕੈ ਸੰਵਾਦ ਅਹਿਲਾਦ ਕੈ ਪਰਸਪਰ। ਇਸ ਤਰ੍ਹਾਂ ਖੁਸ਼ ਹੋ ਕੇ ਆਪਸ ਵਿੱਚ ਵਾਰਤਾਲਾਪ ਕੀਤੀ ਹੈ ਭੀਮ ਚੰਦ ਰਾਜੇ ਨੇ ਸਤਿਗੁਰੂ ਮਹਾਰਾਜ ਨਾਲ। ਦੀਨੋ ਸਿਰ ਪਾਓ ਸਤਿਗੁਰੂ ਬਹੁ ਮੋਲ ਕੋ। ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਨਾਲ ਜਦੋਂ ਇਹ ਸਾਰੀ ਵਿਚਾਰ ਵਟਾਂਦਰਾ ਹੋ ਗਿਆ, ਇਹ ਸਾਰੀ ਗੱਲਬਾਤ ਹੋ ਗਈ, ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫੇਰ ਭੀਮ ਚੰਦ ਰਾਜੇ ਨੂੰ ਸਿਰੋਂ ਪਾਓ ਦਿੱਤਾ, ਬਹੁਤ ਮਹਿੰਗੇ ਮੋਲ ਦਾ। ਲੈ ਕੇ ਭੀਮ ਚੰਦ ਜਾਨ ਕਰੋ ਨਾ ਆਨੰਦ ਪਇਓ। ਭੀਮ ਚੰਦ ਨੇ ਸਤਿਗੁਰੂ ਸਾਹਿਬ ਜੀ ਕੋਲੋਂ ਸਰੋਪਾ ਲੈ ਕੇ ਗੁਰੂ ਸਾਹਿਬ ਜੀ ਦੀ ਕਿਰਪਾ ਜਾਣੀ ਹੈ ਤੇ ਮਨ ਪ੍ਰਸੰਨ ਹੋ ਗਿਆ ਹੈ। ਹਾਥ ਬੰਦ ਬੰਦਨਾ ਕਰਤ ਬਿਨਾ ਬੋਲ ਕੋ। ਹੱਥ ਜੋੜ ਕੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਹੈ ਤੇ ਮਹਾਰਾਜ ਜੀ ਨੂੰ ਮੱਥਾ ਟੇਕਿਆ ਹੈ। ਅੰਤਰ ਜੋ ਅੰਤਰਾ ਨਿਰੰਤਰ ਨਿਕਾਰ ਕਰ। ਅੰਦਰ ਜਿਹੜਾ ਨਿਰੰਤਰ ਚੱਲਦਾ ਆ ਰਿਹਾ ਸੀ ਫਰਕ, ਕਹਿਣ ਲੱਗੇ ਵੇਦਾ ਭਇਓ ਭੂਪ ਪਾਏ ਹਰਖ ਅਤੋਲ ਕੋ। ਉਹ ਫਰਕ ਨੂੰ ਕੱਢ ਦਿੱਤਾ ਜਿਹੜਾ ਅੰਦਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਫਰਕ ਪੈ ਗਿਆ ਸੀ ਭੀਮ ਚੰਦ ਰਾਜੇ ਦਾ, ਜਿਹਦੇ ਕਰਕੇ ਭੰਗਾਣੀ ਦਾ ਯੁੱਧ ਹੋਇਆ। ਉਹ ਫਰਕ ਗੁਰੂ ਸਾਹਿਬ ਜੀ ਕੋਲੇ ਆ ਕੇ ਉਹਨੇ ਕੱਢ ਲਿਆ। ਜਿਹੜਾ ਵੈਰ ਨਿਰੰਤਰ ਲਗਾਤਾਰ ਚੱਲ ਰਿਹਾ ਸੀ, ਉਹ ਵੈਰ ਆਪਣਾ ਦੂਰ ਕਰ ਲਿਆ। ਵਿਦਾ ਭਇਓ ਭੂਪ ਤੇ ਰਾਜਾ ਭੀਮ ਚੰਦ ਗੁਰੂ ਸਾਹਿਬ ਜੀ ਦੇ ਕੋਲੋਂ ਬਦੈਗੀ ਲੈ ਕੇ ਪਾਏ ਹਰਖ ਅਤੋਲ ਕੋ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਵੱਡੀ ਖੁਸ਼ੀ ਪ੍ਰਾਪਤ ਕੀਤੀ ਆ ਭੀਮ ਚੰਦ ਰਾਜੇ ਨੇ। ਸੰਗ ਭੱਟ ਭੀਰ ਸੋ ਵਜ਼ੀਰ ਧੀਰ ਧਨ ਕਹੈ। ਕਹਿਣ ਲੱਗੇ ਉਹਦੇ ਨਾਲ ਜਿਹੜੇ ਸੂਰਬੀਰਾਂ ਦੀ ਭੀੜ ਸੀ ਤੇ ਜਿਹੜੇ ਧੀਰ ਜਵਾਨ ਵਜ਼ੀਰ ਸਨ। ਪੀਰ ਨ ਕੋ ਪੀਰ ਅਵਤਾਰ ਬਿਨ ਡੋਲਕ। ਉਹਨਾਂ ਨੇ ਸਤਿਗੁਰੂ ਜੀ ਦੇ ਦਰਸ਼ਨ ਕੀਤੇ। ਉਹਨਾਂ ਨੇ ਵੀ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਕੇ ਸ੍ਰੀ ਅਨੰਦਪੁਰ ਸਾਹਿਬ ਰਾਜੇ ਦੇ ਵਜ਼ੀਰਾਂ ਨੇ ਸਤਿਗੁਰੂ ਜੀ ਨੂੰ ਧੰਨ ਧੰਨ ਕਿਹਾ ਅਤੇ ਕਿਹਾ ਗੁਰੂ ਮਹਾਰਾਜ ਸਾਹਿਬ ਜੀ ਪੀਰਾਂ ਦੇ ਪੀਰ ਅਤੇ ਅਡੋਲ ਅਵਤਾਰ ਹਨ। ਸ੍ਰੀ ਗੋਬਿੰਦ ਸਿੰਘ ਸੰਗ ਸੰਧ ਕਰ ਭੀਮ ਚੰਦ। ਸਾਧੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਦੇ ਨਾਲ ਸੰਧੀ ਕਰਕੇ ਰਾਜਾ ਭੀਮ ਚੰਦ ਸ਼ੰਕਾ ਸਹਿ ਤਰਾਸ ਕੋ ਬਿਦਾਰ ਸੁਖ ਪਾਏਗਾ। ਜਿਹੜਾ ਸ਼ੰਕਾ ਦੇ ਸਹਿਤ ਡਰ ਸੀ ਨਾ ਮਨ ਦੇ ਵਿੱਚ, ਉਹਨੂੰ ਦੂਰ ਕਰਕੇ ਸੁਖ ਪਾ ਕੇ ਰਾਜਾ ਭੀਮ ਚੰਦ ਆਪਣੀ ਰਿਆਸਤ ਨੂੰ ਬਿਲਾਸਪੁਰ ਸ਼ਹਿਰ ਨੂੰ ਮੁੜ ਗਿਆ ਹੈ। ਗਇਓ ਪੂਰੇ ਆਪਨੇ ਪ੍ਰਤਾਪ ਪ੍ਰਭੂ ਜਾਪਨੇ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕੋਲੋਂ ਵਿਦਾਇਗੀ ਲੈ ਕੇ ਆਪਣੇ ਚਲੇ ਗਿਆ ਵਾਪਸ ਮਹਿਲਾਂ ਨੂੰ। ਪ੍ਰਤਾਪ ਪ੍ਰਭੂ ਜਾਪਨੇ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਮਹਾਨ ਪ੍ਰਤਾਪ ਨੂੰ ਜਾਣਿਆ ਹੈ। ਧਰਿਓ ਵਿਸ਼ਵਾਸ ਕੋ ਸਹਾਇ ਬਨੇ ਆਏਗਾ। ਇਹ ਵਿਸ਼ਵਾਸ ਧਾਰ ਲਿਆ ਰਾਜੇ ਭੀਮ ਚੰਦ ਨੇ ਕਿ ਗੁਰੂ ਮਹਾਰਾਜ ਸਾਹਿਬ ਜੀ ਸਦਾ ਜਦੋਂ ਮੇਰੇ ਤੇ ਕੋਈ ਔਖਾ ਸਮਾਂ ਆਵੇਗਾ, ਮੇਰੇ ਤੇ ਕੋਈ ਮਾੜਾ ਸਮਾਂ ਆਵੇਗਾ, ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਜ਼ਰੂਰ ਸਹਾਇਕ ਬਣਨਗੇ, ਮੇਰੀ ਜ਼ਰੂਰ ਸਹਾਇਤਾ ਕਰਨਗੇ। ਨੀਕੋ ਨਾ ਵਿਵਾਦ ਚਲਿਓ ਫੀਕੋ ਅਪਵਾਦ ਜਗ। ਲੱਗੇ ਵੀ ਜਿਹੜਾ ਵੀ ਕੋਈ ਇਹੋ ਜਿਹਾ ਵਿਵਾਦ ਚੱਲਿਆ ਸੀ, ਇਹ ਸੰਸਾਰਕ ਤੌਰ ਤੇ ਜੱਗ ਦੇ ਵਿੱਚ ਫਿੱਕਾ ਹੈ। ਗੁਰੂ ਸੰਗ ਸਮਤਾ ਨਾ ਹੋਤ ਕਿਸ ਭਾਏ ਕੋ। ਗੁਰੂ ਮਹਾਰਾਜ ਸਾਹਿਬ ਜੀ ਦੀ ਬਰਾਬਰੀ, ਗੁਰੂ ਸਾਹਿਬ ਜੀ ਦੇ ਬਰਾਬਰ ਇਸ ਸੰਸਾਰ ਵਿੱਚ ਕੋਈ ਵੀ ਨਹੀਂ ਹੋ ਸਕਦਾ। ਨਹਕ ਮਰੇ ਹੈ ਵੀਰ ਜੰਗ ਮੈਂ ਨਾ ਰਹੀ ਤੀਰ। ਮਨ ਵਿੱਚ ਵਿਚਾਰਦਾ ਭੀਮ ਚੰਦ ਕਿ ਮੈਂ ਮਨ ਵਿੱਚ ਧੀਰਤਾ ਵਿਚਾਰੀ ਨਹੀਂ ਹੈ, ਮੈਂ ਮਨ ਦੇ ਵਿੱਚ ਸਿਆਣਪ ਨਹੀਂ ਰੱਖੀ, ਮਨ ਵਿੱਚ ਖਿਆਲ ਨਹੀਂ ਰੱਖਿਆ, ਜਿਹਦੇ ਕਰਕੇ ਨਾਹਕ ਮਰੇ ਹੈ ਵੀਰ ਨਿਹੈ ਕੀ ਨਿਹੱਥੇ ਹੀ।
ਮੈਦਾਨੇ ਜੰਗ ਵਿੱਚ ਭੰਗਾਣੀ ਦੇ ਯੁੱਧ ਵਿੱਚ ਸੂਰਬੀਰ ਯੋਧੇ ਮਰੇ ਹਨ। ਸਿਮਰਤ ਹੈ ਗੁਣ ਇਮ ਮਨ ਸਮਝਾਏ ਕੈ। ਆਪਣੇ ਮਨ ਨੂੰ ਇਸ ਤਰ੍ਹਾਂ ਸਮਝਾ ਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਗੁਣਾਂ ਨੂੰ ਸਿਮਰਦਾ ਹੈ। ਭੀਮ ਚੰਦ ਰਾਜਾ ਸਤਿਗੁਰੂ ਜੀ ਦੇ ਗੁਣਾਂ ਨੂੰ ਯਾਦ ਕਰਦਾ ਹੈ। ਜੀਤ ਕੇਤੀ ਬਾਰ ਆਚੀ ਵਸ ਉਦਾਰ। ਰਾਜਾ ਭੀਮ ਚੰਦ ਕਈ ਵਾਰ ਚੰਗੀਆਂ ਵਸਤੂਆਂ ਭੇਜ ਕੇ ਸਤਿਗੁਰੂ ਪਾਸ ਕੋ ਪਠਾਵੇ ਪ੍ਰੇਮ ਧਾਰ ਕੈ। ਗੁਰੂ ਮਹਾਰਾਜ ਸਾਹਿਬ ਜੀ ਦੇ ਕੋਲ ਭੇਜਦਾ ਚੰਗੀਆਂ ਚੰਗੀਆਂ ਵਸਤੂਆਂ ਦੇਖ ਕੇ। ਚਾਵਰ ਲੰਮੇਰੇ ਸੇਖ ਸੁਖਮ ਕਨੇਰੇ ਕਰ। ਬੜੇ ਸੂਖਮ ਤੇ ਸਫੇਦ ਸੁੰਦਰ ਲੰਬੇ ਲੰਬੇ ਚਾਵਲ ਭੇਜਦਾ ਹੈ। ਪਠੈ ਕਈ ਬੇਰੇ ਨਰ ਫੇਰੇ ਬਾਰ ਬਾਰ ਕੈ। ਕਈ ਵਾਰ ਮਨੁੱਖ ਵਾਰ-ਵਾਰ ਫੇਰੇ ਮਾਰਦੇ ਆ। ਸਤਿਗੁਰੂ ਮਹਾਰਾਜ ਸਾਹਿਬ ਜੀ ਕੋਲੇ ਭੀਮ ਚੰਦ ਰਾਜੇ ਦੇ ਕੋਲੋਂ ਵਸਤੂਆਂ ਲੈ ਕੇ ਆਉਂਦੇ ਹਨ। ਉਪਬਨ ਹੂੰ ਕੇ ਫਲ ਬੀਨ ਬੀਨ ਨੀਕੇ। ਕਹਿਣ ਲੱਗੇ ਜੰਗਲਾਂ ਦੇ ਜਿਹੜੇ ਫਲ ਹੈ, ਬਾਗਾਂ ਦੇ ਜਿਹੜੇ ਫਲ ਹੈ, ਉਹ ਚੰਗੇ ਚੰਗੇ ਚੁਣ ਕੇ ਬਹਿੰਗੀਆਂ ਭਰ ਭਰ ਕੇ ਕਲ ਕਾਵਰਾ ਕੋ ਭਰ ਭਰ ਬੇਨਤੀ ਉਚਾਰ ਕੈ। ਬੇਨਤੀ ਉਚਾਰ ਕੇ ਮਹਾਰਾਜ ਜੀ ਨੂੰ ਭੇਜਦਾ ਹੈ। ਦਇਆ ਸਿੰਧ ਐਸੀ ਰੀਤ ਸਮੈ ਕਾ ਨ ਬਤੀਤ ਕਰੈ। ਕਹਿਣ ਲੱਗੇ ਬਈ ਦਇਆ ਸਿੰਘ ਦਇਆ ਦੇ ਸਾਗਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਐਸੀ ਰੀਤੀ ਦੇ ਨਾਲ ਸਮੇਂ ਨੂੰ ਵਿਚਾਰ ਕੇ ਏਕ ਦਿਨ ਸੁੰਦਰੀ ਮਨੋਰਥ ਕੋ ਧਾਰ ਕਰ। ਮਹਾਰਾਜ ਸਾਹਿਬ ਜੀ ਸਮਾਂ ਬਤੀਤ ਕਰਦੇ ਹਨ। ਇੱਕ ਦਿਨ ਮਾਤਾ ਸੁੰਦਰੀ ਜੀ ਨੇ ਮਨੋਰਥ ਨੂੰ ਧਾਰ ਕੇ ਇਸ ਢੰਗ ਦਾ ਆਨ ਕੇ ਸਮੀਪ ਹੱਥ ਜੋਰ ਕਰ ਖਰੀ ਭਈ। ਗੁਰੂ ਮਹਾਰਾਜ ਸਾਹਿਬ ਜੀ ਦੇ ਕੋਲੇ ਆ ਕੇ ਮਨੋਰਥ ਧਾਰ ਕੇ ਦੋਵੇਂ ਹੱਥ ਜੋੜ ਕੇ ਗੁਰੂ ਪਾਤਸ਼ਾਹ ਜੀ ਦੇ ਕੋਲ ਖੜੇ ਹੋ ਗਏ ਨੇ। ਲਾਜ ਕੇ ਸਮੇਤ ਨਿਜ ਕਾਜ ਕੋ ਵਿਚਾਰ ਕਰ। ਲਾਜ ਦੇ ਸਹਿਜ ਆਪਣੇ ਕਾਰਜ ਨੂੰ ਵਿਚਾਰ ਕੇ ਪਤ ਕੋ ਇਕਾਂਤ ਪਾਏ ਪ੍ਰੇਮ ਉਪਜਾਏ ਅਤ। ਅਤੇ ਸਤਿਗੁਰੂ ਜੀ ਨੂੰ ਇਕਾਂਤ ਵਿੱਚ ਪਾ ਕੇ ਆਪਣੇ ਹਿਰਦੇ ਵਿੱਚ ਪ੍ਰੇਮ ਧਾਰ ਕੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਹੈ। ਆਨੰਦ ਵਧਾਏ ਥੇਰੀ ਨੀਚੀ ਨਿਜ ਕਾਰ ਕਰ। ਨਾਰਕਾਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹਜੂਰ ਆਨੰਦ ਵਧਾ ਕੇ ਨੀਵੀਂ ਧੌਣ ਕਰਕੇ ਖੜੇ ਹੋ ਗਏ ਹਨ। ਬੋਲੇ ਦੇਖ ਪ੍ਰਭ ਕੌਣ ਸੁਧ ਕਰਵਾਲਿਓ ਹੂੰ ਕੀ। ਵੇਖ ਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਬੋਲੇ ਕਿ ਘਰ ਵਾਲਿਆਂ ਦੀ ਕੀ ਖਬਰ ਹੈ। ਕਹੋ ਮਨ ਠਾਣ ਠਾਂਡੀ ਭਾਈ ਜੋ ਉਚਾਰ ਕਰ। ਮਨ ਵਿੱਚ ਜਿਹੜੀ ਗੱਲ ਸੀ ਉਹ ਧਾਰ ਕੇ ਖੜੇ ਹੋ ਗਏ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਹਜੂਰ ਮਾਤਾ ਸੁੰਦਰ ਕੌਰ ਜੀ ਨੇ ਬੇਨਤੀ ਕੀਤੀ ਹੈ। ਘਟ ਘਟ ਮਾਲਕ ਤੁਮਾਰੇ ਸਭ ਤਾਲਕ। ਮਾਤਾ ਸੁੰਦਰੀ ਜੀ ਕਹਿਣ ਲੱਗੇ ਮਹਾਰਾਜ ਜੀ ਤੁਸੀਂ ਘਟ ਘਟ ਦੇ ਮਾਲਕ ਹੋ। ਪਛਾਨੋ ਤੀਨ ਕਾਲ ਮੈਂ ਸਭਿਨ ਗਤ ਮਨ ਕੀ। ਮਹਾਰਾਜ ਜੀ ਇਹ ਸੰਸਾਰ ਦੇ ਤਿੰਨੇ ਕਾਲ ਤਿੰਨੇ ਲੋਕ ਤੁਹਾਡੇ ਅਧੀਨ ਹਨ। ਤਿੰਨੇ ਕਾਲਾਂ ਵਿੱਚ ਜੋ ਵਰਤਾਰਾ ਵਰਤ ਰਿਹਾ ਹੈ, ਜੋ ਜੀਵ ਜੰਤੂ ਜੜ ਜੰਗਮ ਹਨ, ਸਭ ਦੇ ਮਨਾਂ ਦੀ ਗਤੀ ਤੁਸੀਂ ਜਾਣਦੇ ਹੋ। ਕਹੋ ਕਹਾਂ ਆਪ ਆਗੇ ਬੁਝ ਨੁਜ ਲਾਗੇ ਤੁਮ। ਮਹਾਰਾਜ ਜੀ ਮੈਂ ਆਪ ਜੀ ਦੇ ਅੱਗੇ ਆ ਕੇ ਕਿਵੇਂ ਕਹਾਂ ਜਿਹੜਾ ਤੁਸੀਂ ਪੁੱਛਣ ਲੱਗੇ ਹੋ। ਨਾਹਿ ਨ ਬਤਾਵੋ ਤਉ ਨੀਕੀ ਹੈ ਨਾ ਜਨ ਕੀ। ਪਰ ਹੁਣ ਜੇ ਨਾ ਵੀ ਮੈਂ ਦੱਸਾਂ ਤਾਂ ਇਹ ਗੱਲ ਸੇਵਕਾਂ ਵਾਸਤੇ ਚੰਗੀ ਨਹੀਂ ਹੈ। ਜਗਤ ਕੀ ਸਾਂਝ ਚਿਤ ਚਾਹਤ ਸਦੀਵ ਮੇਰੋ। ਮਹਾਰਾਜ ਸੱਚੇ ਪਾਤਸ਼ਾਹ ਮਾਲਕ ਪੁੱਛਣ ਵਾਸਤੇ ਅਤੇ ਸੇਵਕ ਉਹਦੇ ਬਾਰੇ ਨਾ ਦੱਸਣ ਇਹ ਗੱਲ ਚੰਗੀ ਨਹੀਂ। ਜਗਤ ਦੀ ਜਿਹੜੀ ਸਾਂਝ ਹੈ ਸਦਾ ਮੇਰੇ ਚਿੱਤ ਦੀ ਚਾਹਤ ਰਹੀ ਹੈ। ਉਪਜੈ ਸਪੂਤ ਦੁੱਤ ਧਾਰੇ ਤੁਮ ਤਨ ਕੀ। ਮਹਾਰਾਜ ਸੱਚੇ ਪਾਤਸ਼ਾਹ ਮੈਂ ਚਾਹੁੰਦੀ ਹਾਂ ਮੇਰੇ ਘਰ ਦੇ ਵਿੱਚ ਐਸਾ ਪੁੱਤਰ ਹੋਵੇ ਜਿਹੜਾ ਤੁਹਾਡੇ ਸਰੀਰ ਵਰਗੀ ਸ਼ੋਭਾ ਧਾਰਨ ਕਰੇ। ਪ੍ਰਿਯ ਨ ਕੋ ਚਿਤ ਐਸੇ ਚਾਹਤ ਹਮੇਸ਼ ਤੈਸੇ। ਮਹਾਰਾਜ ਜੀ ਜਿਹੜੀ ਇਸਤਰੀ ਹੁੰਦੀ ਹੈ ਉਹਦਾ ਸਦਾ ਮਨ ਇਸ ਤਰ੍ਹਾਂ ਚਾਹੁੰਦਾ ਹੈ ਪਤ ਕੀ ਪ੍ਰਸੰਨਤਾ ਕੈ ਸੂਤ ਰੂਪ ਧਨ ਕੀ। ਕਿ ਉਹ ਪਤੀ ਦੀ ਪ੍ਰਸੰਨਤਾ ਅਤੇ ਸੁੰਦਰ ਪੁੱਤਰ ਅਤੇ ਧਨ ਚਾਹੁੰਦੀਆਂ ਹਨ। ਬਿਨੈ ਸੁਨ ਸੁੰਦਰੀ ਕੀ ਸੁੰਦਰ ਸੁਨੰਦ ਹਿਤ। ਮਾਤਾ ਸੁੰਦਰੀ ਜੀ ਦੀ ਬੇਨਤੀ ਸੁਣ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ
ਜਿਹੜੀ ਉਹਨਾਂ ਸੁੰਦਰ ਪੁੱਤਰ ਦੀ ਦਾਤ ਮੰਗੀ ਹੈ। ਸ੍ਰੀ ਗੋਬਿੰਦ ਸਿੰਘ ਸੁਖ ਕੰਦ ਬਰ ਦੀਨੀਓ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਰ ਦਿੱਤਾ ਸੁੱਖਾਂ ਦੇ ਦਾਤੇ ਨੇ। ਪਾਏ ਮਨ ਕਾਮਨਾ ਕੋ ਕੇਤਕ ਸਮੇਂ ਮੈਂ ਅਬ। ਕਹਿਣ ਲੱਗੇ ਕੁਝ ਸਮੇਂ ਵਿੱਚ ਹੀ ਤੁਹਾਡੀ ਜਿਹੜੀ ਕਾਮਨਾ ਹੈ ਗੁਰੂ ਨਾਨਕ ਦੇ ਦਰ ਤੋਂ ਪੂਰੀ ਹੋ ਜਾਵੇਗੀ। ਸੁਨ ਕੀਨ ਬੰਦਨਾ ਆਨੰਦ ਉਰ ਚੀਨੀਓ। ਐਸਾ ਸੁਣ ਕੇ ਮਾਤਾ ਸੁੰਦਰ ਕੌਰ ਜੀ ਨੇ ਮੱਥਾ ਟੇਕਿਆ ਸਤਿਗੁਰੂ ਜੀ ਨੂੰ, ਆਪਣੇ ਹਿਰਦੇ ਵਿੱਚ ਆਨੰਦ ਪ੍ਰਾਪਤ ਕੀਤਾ ਹੈ। ਲਾਲ ਸਾਧੂ ਜਾਨ ਕਰ ਸ੍ਰੀ ਗੁਰੂ ਸੁਜਾਨ ਮਨ। ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਮਹਿਲ ਮਾਤਾ ਸੁੰਦਰੀ ਜੀ ਦੀ ਲਾਲਸਾ ਜਾਣ ਕੇ ਸ੍ਰੇਸ਼ਟ ਸੁਜਾਨ ਸਤਿਗੁਰੂ ਸਾਹਿਬ ਜੀ ਨੇ ਮਹਿਲ ਤਿਸੀ ਕੇ ਬਾਸ ਜਾਏ ਕਰ ਕੀਨੀਓ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਵਨਾ ਤੇ ਕਾਮਨਾ ਸੰਪੂਰਨ ਕੀਤੀ ਹੈ। ਕੋਕ ਰਸ ਜੋਗ ਰਸ ਸਗਰੇ ਦਿਖਾਏ ਨਿਕੇ। ਮਹਾਰਾਜ ਸੱਚੇ ਪਾਤਸ਼ਾਹ ਨੇ ਸੰਸਾਰਕ ਵਰਤਾਰੇ ਅਨੁਸਾਰ ਕੋਕ ਰਸ ਜੋਗ ਰਸ ਸਾਰੇ ਵਿਖਾਏ ਹਨ। ਜਿਤ ਮਨੋਰਥ ਕਰਤ ਪੂਰ ਲੀਨੀਓ। ਜਿਹੜਾ ਮਨੋਰਥ ਧਾਰਨ ਕੀਤਾ ਸੀ ਸਤਿਗੁਰੂ ਸਾਹਿਬ ਜੀ ਨੇ ਮਾਤਾ ਸੁੰਦਰੀ ਜੀ ਦਾ ਉਹ ਮਨੋਰਥ ਪੂਰਨ ਕੀਤਾ ਹੈ। ਦੋਹਰਾ ਭਈ ਸਕਰਬਾ ਸੁੰਦਰੀ ਸੁੰਦਰ ਦਿਪਹਿ ਸਰੂਪ। ਮਾਤਾ ਸੁੰਦਰੀ ਜੀ ਨੇ ਗਰਭ ਧਾਰਨ ਕੀਤਾ ਹੈ, ਜਿਨ੍ਹਾਂ ਦਾ ਸਰੂਪ ਸੁੰਦਰ ਪ੍ਰਕਾਸ਼ ਦਾ ਸੀ। ਹਿਰਦੇ ਆਨੰਦ ਬਿਨੰਦ ਕਰ ਬਾਂਛਤ ਆਨੰਦ ਅਨੂਪ। ਹਿਰਦੇ ਦੇ ਵਿੱਚ ਬੇਅੰਤ ਆਨੰਦ ਧਾਰ ਕੇ ਅਨੂਪਮ ਆਨੰਦ ਚਾਹੁੰਦੇ ਸਨ। ਬੀਤ ਗਏ ਨਵ ਮਾਸ ਜਬ ਦਸਮ ਪਰ ਬ੍ਰਿਧਿਓ ਫੇਰ। ਜਦ 9 ਮਹੀਨੇ ਬੀਤ ਗਏ ਆ ਤਾਂ 10ਵਾਂ ਮਹੀਨਾ ਚੜਿਆ ਹੈ। ਹੋਇਓ ਸਮੈ ਪਸੂਤ ਸੋ ਗੁਜਰੀ ਮੁਦਤ ਬਡੇਰ। ਘਰ ਦੇ ਵਿੱਚ ਬਾਲਕ ਦੇ ਜਨਮ ਲੈਣ ਦਾ ਸਮਾਂ ਹੋ ਗਿਆ ਤੇ ਮਾਤਾ ਗੁਜਰ ਕੌਰ ਜੀ ਨੇ ਮਦਦ ਕੀਤੀ ਹੈ। ਮਾਘ ਮਾਸ ਪਖ ਪਾਛਲੋ ਚੌਥ ਤਿਥੀ ਭ੍ਰਿਗਵਾਰ। ਕਹਿਣ ਲੱਗੇ ਮਾਘ ਮਾਸ ਮਾਘ ਦੇ ਮਹੀਨੇ ਦੇ ਪਛ ਪਾਛ ਲੋ ਪਿਛਲੇ ਪੱਖ ਚੌਥ ਤਿਥੀ ਚੌਥੀ ਤਿਥ ਤੇ ਭ੍ਰਿਗਵਾਰ ਫਿਰ ਸ਼ੁੱਕਰਵਾਰ ਨੂੰ ਭਲੇ ਲਗਨ ਗ੍ਰਹਿ ਉਚਿਤ ਤਬ ਜਨਮਿਓ ਪੁੱਤਰ ਉਦਾਰ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਮਾਤਾ ਸੁੰਦਰ ਕੌਰ ਜੀ ਦੀ ਕੁੱਖ ਤੋਂ ਬਾਬਾ ਅਜੀਤ ਸਿੰਘ ਜੀ, ਜਿਨ੍ਹਾਂ ਦਾ ਨਾਮ ਸਤਿਗੁਰੂ ਜੀ ਨੇ ਰੱਖਿਆ, ਉਹ ਮਾਘ ਮਹੀਨੇ ਦੇ ਪਿਛਲੇ ਪੱਖ ਚੌਥੀ ਤਿਥ ਨੂੰ ਦਿਨ ਸ਼ੁੱਕਰਵਾਰ ਨੂੰ ਸਤਿਗੁਰੂ ਸਾਹਿਬ ਜੀ ਦੇ ਘਰ ਸੁੰਦਰ ਪੁੱਤਰ ਨੇ ਜਨਮ ਧਾਰਨ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਘਰ ਦੋਹਰਾ ਜਨਮਿਓ ਆਨੰਦ ਆਨੰਦ ਪਇਓ ਮੰਗਲ ਬ੍ਰਿੰਦ ਬਣਾਏ। ਗੁਰੂ ਮਹਾਰਾਜ ਸਾਹਿਬ ਜੀ ਦੇ ਘਰ ਪੁੱਤਰ ਦੇ ਜਨਮ ਉੱਤੇ ਬਹੁਤ ਆਨੰਦ ਹੋਇਆ ਤੇ ਕਈ ਪ੍ਰਕਾਰ ਦੇ ਮੰਗਲਾਂ ਦੀ ਰਚਨਾ ਹੋਈ ਹੈ। ਭਜੀ ਵਧਾਈ ਦੁਆਰ ਪਰ ਨਬਤ ਨਾਦ ਉਠਾਏ। ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਘਰ ਮਹਿਲਾਂ ਵਿੱਚ ਵਧਾਈਆਂ ਵੱਜੀਆਂ ਹਨ, ਨਗਾਰਿਆਂ ਦੀ ਉੱਚੀ ਆਵਾਜ਼ ਗੂੰਜ ਉੱਠੀ ਹੈ। ਸਵਈਆ ਛੰਦ ਸ੍ਰੀ ਆਨੰਦ ਪਰ ਪਇਓ ਕੁਲਾਹਲ ਜਾਚਕ ਲੋਕ ਮਿਲੇ ਸਮੁਦਾਏ। ਆਨੰਦਪੁਰ ਸਾਹਿਬ ਨਗਰ ਦੇ ਵਿੱਚ ਬਹੁਤ ਉੱਚੀ ਖੁਸ਼ੀਆਂ ਦਾ ਸ਼ੋਰ ਮਚ ਗਿਆ ਤੇ ਬਹੁਤ ਮੰਗਤੇ ਮਿਲ ਕੇ ਇਕੱਠੇ ਹੋ ਗਏ ਹਨ। ਪੌਤਰ ਜਨਮ ਤੇ ਗੁਜਰੀ ਹਰਖਤ ਦੇਤ ਦਰਬ ਕੋ ਜੋ ਦਰ ਆਏ। ਪੋਤਰੇ ਦੇ ਘਰ ਵਿੱਚ ਪੈਦਾ ਹੋਣ ਨਾਲ ਮਾਤਾ ਗੁਜਰ ਕੌਰ ਜੀ ਬੇਅੰਤ ਖੁਸ਼ੀਆਂ ਵਿੱਚ ਰੰਗੇ ਗਏ। ਜੋ ਵੀ ਦਰਵਾਜ਼ੇ ਤੇ ਆਉਂਦਾ ਸਭ ਨੂੰ ਬੇਅੰਤ ਧਨ ਦਿੰਦੇ ਹਨ। ਉਤ ਸਭ ਕਰਤ ਮਿਲੀ ਪਿਕ ਬੈਨੀ ਮధుਰ ਮధుਰ ਸੁਰ ਗੀਤਨ ਗਾਏ। ਗੁਰੂ ਮਹਾਰਾਜ ਸਾਹਿਬ ਜੀ ਦੇ ਮਹਿਲਾਂ ਦੇ ਵਿੱਚ ਇਸਤਰੀਆਂ ਇਕੱਠੀਆਂ ਹੋ ਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਸਿਫਤ ਵਿੱਚ ਬਾਣੀ ਦੀਆਂ ਗੁਰਬਾਣੀ ਦੇ ਸ਼ਬਦਾਂ ਨੂੰ ਮਿੱਠੀਆਂ ਸੁਰਾਂ ਵਿੱਚ ਗਾਉਂਦੀਆਂ ਹਨ। ਕਰ ਕਰ ਆਦਰ ਸਦਨ ਬਿਠਾਵਤ ਜਥਾ ਜੋਗ ਤਿਨ ਗਿਰਾ ਸੁਨਾਏ। ਮਾਤਾ ਗੁਜਰ ਕੌਰ ਜੀ ਜਥਾ ਜੋਗ ਬਚਨ ਕਹਿ ਕੇ ਸਾਰਿਆਂ ਨੂੰ ਆਪਣੇ ਘਰ ਵਿੱਚ ਆਦਰ ਨਾਲ ਸਤਿਕਾਰ ਨਾਲ ਬਿਠਾਉਂਦੇ ਹਨ। ਕਮਲ ਪੱਤਰ ਸਮ ਬਿਸਤਰਤ ਲੋਚਨ ਬਰਨ ਬਰਨ ਕੇ ਅੰਬਰ ਪਾਏ। ਐਸੇ ਸੁੰਦਰ ਜਿਹੜੇ ਘਰ ਦੇ ਵਿੱਚ ਜੀਵ ਆ ਰਹੇ ਆ, ਇਸਤਰੀਆਂ ਆ ਰਹੀਆਂ ਹਨ, ਜਿਨ੍ਹਾਂ ਦੇ ਸੁੰਦਰ ਕੱਪੜੇ ਪਾਏ ਹੋਏ ਆ, ਕਮਲਾਂ ਦੇ ਪੱਤਿਆਂ ਵਰਗੇ ਜਿਨ੍ਹਾਂ ਦੇ ਨੈਣ ਹਨ,
ਐਸੀ ਸੁੰਦਰਤਾ ਧਾਰ ਕੇ ਸਾਰੇ ਆ ਰਹੇ ਹੈ। ਦੇਤ ਵਧਾਈ ਮੋਦਤ ਗੁਜਰੀ ਕਹਿਤ ਅਸੀਸਨ ਸੀਸ ਚੜਾਏ। ਸਾਰੇ ਆ ਕੇ ਮਾਤਾ ਗੁਜਰ ਕੌਰ ਜੀ ਨੂੰ ਵਧਾਈਆਂ ਦੇ ਰਹੇ ਹੈ ਤੇ ਮਾਤਾ ਗੁਜਰ ਕੌਰ ਜੀ ਸਭ ਨੂੰ ਅਸੀਸਾਂ ਦੇ ਕੇ ਸਭ ਦੇ ਸਿਰ ਦੇ ਉੱਤੇ ਹੱਥ ਫੇਰਦੇ ਸਨ। ਦੇਤ ਦੂਬ ਕੋ ਦੇਖ ਹੂਬ ਕੋ ਦਰ ਪਰ ਫੂਲਨ ਮਾਲ ਬੰਧਾਏ। ਮਾਤਾ ਗੁਜਰ ਕੌਰ ਜੀ ਦਾ ਪ੍ਰੇਮ ਦੇਖ ਕੇ ਸਭ ਮਾਤਾ ਗੁਜਰ ਕੌਰ ਜੀ ਨੂੰ ਨਮਸਕਾਰਾਂ ਕਰਦੇ ਤੇ ਸਾਰਿਆਂ ਦੇ ਦਰਵਾਜ਼ਿਆਂ ਦੇ ਉੱਤੇ ਫੁੱਲਾਂ ਦੇ ਹਾਰ ਪਾਏ ਹੋਏ ਹੈ ਤੇ ਸੁੰਦਰ ਸਭ ਥਾਵਾਂ ਤੇ ਸਜਾਵਟ ਹੋਈ ਹੈ। ਨਾਚ ਹੀਜ ਫਿਰ ਲੇਤ ਭਵਾਲੀ ਟਲਕਾ ਧਾਲੀ ਮੇਲ ਬਜਾਏ। ਮੰਗਣ ਵਾਲੇ ਆ ਕੇ ਦਰਵਾਜ਼ਿਆਂ ਤੇ ਨੱਚਦੇ ਟੱਲੀਆਂ ਵਟਾਉਂਦੇ ਆ ਤੇ ਵਧਾਈਆਂ ਮੰਗਦੇ ਹਨ। ਸ੍ਰੀ ਸਤਗੁਰ ਸਮੀਪ ਜੋ ਮੰਗਤ ਮਨ ਭਾਵਤ ਕੋ ਪਾਏ ਸਦਾਏ। ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਕੋਲੇ ਆ ਕੇ ਮੰਗਦੇ ਮਨ ਪਾਉਂਦਾ ਧਨ ਲੈਂਦੇ ਹਨ। ਦਰਬ ਪਟੰਬਰ ਲੇਤ ਬਿਟੂਖਨ ਮਿਲੇ ਨਾਰ ਨਰ ਗਨ ਚਿਤ ਚਾਏ। ਧਨ ਹੈ ਕੱਪੜੇ ਹੈ ਗਹਿਣੇ ਆਦਿਕ ਬਹੁਤ ਇਸਤਰੀਆਂ ਪੁਰਸ਼ ਜਿਹੜੇ ਚਿੱਤ ਵਿੱਚ ਚਾਹ ਵਧਾ ਕੇ ਆ ਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਕੋਲੋਂ ਲੈਂਦੇ ਆ। ਸਿੰਘ ਪੌਰ ਪਰ ਠੌਰ ਨਾ ਪ੍ਰਾਪਤ ਭੀਰ ਅਧਿਕ ਹੋਏ ਰਾਰ ਗੁਰੂ ਪਾਏ। ਮਹਾਰਾਜ ਸਾਹਿਬ ਜੀ ਦੇ ਦਰਵਾਜ਼ੇ ਤੇ ਇਤਨੀ ਭੀੜ ਲੱਗੀ ਹੋਈ ਹੈ ਮੰਗਣ ਵਾਲਿਆਂ ਦੀ, ਕਹਿਣ ਲੱਗੇ ਵੀ ਖੜਨ ਨੂੰ ਥਾਂ ਨਹੀਂ ਹੈ ਤੇ ਬਹੁਤ ਰੌਲਾ ਪਾਉਂਦੇ ਆ। ਜਹ ਕੇ ਤੇ ਸੁਨ ਬਹੁ ਆਏ ਦਿਨ ਵਿਸਾਲ ਸੁਜਸ ਬਰਸਾਏ। ਜਿੱਥੇ ਕਿੱਥੇ ਸੁਣ ਕੇ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਪੁੱਤਰ ਨੇ ਜਨਮ ਲਿਆ ਹੈ ਤੇ ਥਾਵਾਂ ਥਾਵਾਂ ਤੋਂ ਲੋਕ ਇਕੱਠੇ ਹੋ ਕੇ ਆ ਰਹੇ ਹਨ। ਕਰਹਿ ਮੰਗਲਾਚਰ ਕਨੇਰੇ ਜੁਗਤ ਆਨੰਦ ਸ਼ਬਦ ਕੋ ਗਾਏ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਵੱਡਾ ਮੰਗਲਾਚਾਰਨ ਹੋ ਰਿਹਾ ਹੈ। ਆਨੰਦ ਨੂੰ ਵਧਾਉਣ ਵਾਲੀ ਜੁਗਤੀ ਤੇ ਗੁਰਬਾਣੀ ਦੇ ਸ਼ਬਦ ਜਿਹੜੇ ਆ ਸਾਰੇ ਇਕੱਠੇ ਹੋ ਕੇ ਗਾ ਰਹੇ ਨੇ। 13 ਦਿਨ ਬੀਤੇ ਸ੍ਰੀ ਗੁਜਰੀ ਦਇਆ ਰਾਮ ਕੋ ਪਠਿਓ ਸੁਨਾਏ। ਜਦੋਂ ਕੁਝ ਦਿਨ ਲਗਭਗ 13 ਕੁ ਦਿਨ ਬੀਤ ਗਏ ਤਾਂ ਗੁਰੂ ਮਹਾਰਾਜ ਸਾਹਿਬ ਜੀ ਦੇ ਘਰ ਵਿੱਚ ਸੂਰਵੀਰ ਯੋਧਾ ਭਾਈ ਦਇਆ ਰਾਮ ਨੂੰ ਭੇਜ ਕੇ ਸ੍ਰੀ ਮੁਖ ਤੇ ਸਤ ਨਾਮ ਤਰੋ ਕੋ ਜੋ ਗੁਰ ਬੰਸ ਵਿਖੇ ਦੁਤ ਪਾਏ। ਗੁਰੂ ਮਹਾਰਾਜ ਸਾਹਿਬ ਜੀ ਦੇ ਕੋਲ ਸੁਨੇਹਾ ਭੇਜਿਆ, ਕਹਿਣ ਲੱਗੇ ਪੁੱਤਰ ਨੂੰ ਜਾ ਕੇ ਕਹੋ, ਭਾਵ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੂੰ ਕਹੋ ਕਿ ਬਾਲਕ ਦਾ ਨਾਮ ਧਰੋ ਜਿਹੜਾ ਵੰਸ਼ ਦੇ ਵਿੱਚ ਸੋਭਾ ਪਾਵੇ। ਆਏ ਸਭਾ ਮਹਿ ਵਿਪਰ ਭਲਿਓ ਜਬ ਮਾਤਾ ਇਸ ਬਿਦ ਬਾਕੇ ਲਾਏ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀਵਾਨ ਸਜਾ ਕੇ ਬੈਠੇ ਹੈ। ਸਿੱਖ ਸੰਗਤ ਸਤਿਗੁਰੂ ਜੀ ਦੇ ਦਰਸ਼ਨ ਕਰ ਰਹੀ ਹੈ ਤਾਂ ਸਭਾ ਦੇ ਵਿੱਚ ਆ ਕੇ ਭਾਈ ਦਇਆ ਰਾਮ ਜੀ ਨੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ, ਮਹਾਰਾਜ ਮਾਤਾ ਗੁਜਰ ਕੌਰ ਜੀ ਨੇ ਸੁਨੇਹਾ ਭੇਜਿਆ ਕਿ ਬਾਲਕ ਦਾ ਨਾਮ ਰੱਖ ਦੇਵੋ। ਸ੍ਰੀ ਕਲਗੀਧਰ ਉਰ ਵਿਚਾਰ ਕਰ ਸ਼ਤਰਨ ਤੇ ਅਜਿਤ ਹੋਏ ਜੋਏ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਕਲਗੀਧਰ ਮਹਾਰਾਜ ਜੀ ਨੇ ਹਿਰਦੇ ਵਿੱਚ ਵਿਚਾਰ ਕੀਤੀ ਹੈ ਕਿ ਜਿਹੜਾ ਵੈਰੀਆਂ ਵਾਸਤੇ ਅਜੀਤ ਹੋਵੇ। ਜਾਂ ਤੇ ਨਾਮ ਅਜੀਤ ਸਿੰਘ ਧਰ ਪਠਿਓ ਮਾਤ ਟਿਗ ਦਿਜਵਰ ਸੋਏ। ਇਸ ਕਰਕੇ ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਹਿਲੇ ਘਰ ਵਿੱਚ ਪੈਦਾ ਹੋਣ ਵਾਲੇ ਬਾਲਕ ਭਾਵ ਸਾਹਿਬਜ਼ਾਦੇ ਦਾ ਨਾਮ ਅਜੀਤ ਸਿੰਘ ਧਰ ਕੇ ਵਾਪਸ ਭਾਈ ਦਇਆ ਰਾਮ ਜੀ ਨੂੰ ਹਰ ਖਤ ਭਈ ਸ਼੍ਰੋਣ ਕਰ ਤਿਸ ਖਨ ਗਈ ਪੌਤਰ ਕੇ ਨਿਕਟੀ ਹੋਏ। ਭਾਈ ਦਇਆ ਰਾਮ ਜੀ ਨੂੰ ਵਾਪਸ ਮਾਤਾ ਗੁਜਰ ਕੌਰ ਜੀ ਦੇ ਕੋਲ ਭੇਜ ਦਿੱਤਾ ਤੇ ਬਾਲਕ ਦਾ ਨਾਮ ਅਜੀਤ ਸਿੰਘ ਸੁਣ ਕੇ ਮਾਤਾ ਗੁਜਰ ਕੌਰ ਜੀ ਬੇਅੰਤ ਖੁਸ਼ ਹੋਏ ਤੇ ਆਪਣੇ ਪੋਤਰੇ ਦੇ ਪਾਸ ਗਈ ਹੈ। ਸਭ ਹਿਨ ਮੈਂ ਤਬ ਨਾਮ ਸੁਨਾਇਓ ਸੁਨਤ ਆਨੰਦ ਭਏ ਸਭ ਕੋਏ। ਸਾਰਿਆਂ ਦੇ ਵਿੱਚ ਨਾਮ ਸੁਣ ਕੇ ਸਾਰੇ ਬਹੁਤ ਪ੍ਰਸੰਨ ਹੋਏ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭੰਗਾਣੀ ਦਾ ਯੁੱਧ ਜਿੱਤ ਕੇ ਆ ਕੇ ਘਰ ਵਿੱਚ ਪਹਿਲੇ ਬਾਲਕ ਨੇ ਜਨਮ ਲਿਆ, ਪਹਿਲੇ ਸਾਹਿਬਜ਼ਾਦੇ ਨੇ ਜਨਮ ਧਾਰਿਆ। ਇਸ ਕਰਕੇ ਪਹਿਲਾ ਨਾਮ ਅਜੀਤ ਸਿੰਘ ਰੱਖਿਆ। ਤਾਂ ਉਸ ਵੇਲੇ ਬੇਅੰਤ ਕਵੀ ਰਾਜਾ ਨੇ ਲਿਖਿਆ, ਨਾਮ ਕਾ ਅਜੀਤ ਹੂੰ ਜੀਤਾ ਨਹੀਂ ਜਾਊਂਗਾ। ਭੰਗਾਣੀ ਦਾ ਯੁੱਧ ਜਿੱਤ ਕੇ ਬਾਲਕ ਦਾ ਨਾਮ ਅਜੀਤ ਸਿੰਘ ਰੱਖਿਆ। ਪਹਿਲੇ ਸਾਹਿਬਜ਼ਾਦੇ
ਬਾਬਾ ਅਜੀਤ ਸਿੰਘ ਜੀ, ਜਿਨ੍ਹਾਂ ਦਾ 2-3 ਦਿਨ ਬਾਅਦ ਜਨਮ ਪੁਰਬ ਵੀ ਹੈ ਉਹਨਾਂ ਦਾ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਬਾਲਕ ਨੇ ਜਨਮ ਲਿਆ। ਬੇਅੰਤ ਸੰਗਤ ਨੇ ਖੁਸ਼ੀਆਂ ਮਨਾਈਆਂ। ਗੁਰੂ ਘਰ ਵਿੱਚ, ਗੁਰੂ ਮਹਿਲਾਂ ਵਿੱਚ ਬੇਅੰਤ ਖੁਸ਼ੀਆਂ ਹਨ। ਸਤਿਗੁਰੂ ਸਾਹਿਬ ਜੀ ਦਾ ਪਾਵਨ ਗੁਰ ਇਤਿਹਾਸ ਸਾਡੇ ਹਿਰਦੇ ਵਿੱਚ ਵਸੇ, ਜਿਸ ਕਰਕੇ ਲੋਕ ਸੁਖੀਏ ਪਰਲੋਕ ਸੁਹੇਲੇ ਹੋਣ। ਹੋਈਆਂ ਬੇਅੰਤ ਭੁੱਲਾਂ ਦੀ ਮਾਫੀ ਬਖਸ਼ਣੀ ਜੀ। ਹਰਖਤ ਭਈ ਸ਼ਰਾਨ ਕਰ ਤਿਸ ਛਨ, ਗਈ ਪੌਤਰ ਕੇ ਨਿਕਟੀ ਹੋਏ। ਸਭ ਹਿਨ ਮੈਂ ਤਬ ਨਾਮ ਸੁਨਾਇਓ, ਸੁਨਤ ਆਨੰਦ ਭਏ ਸਭ ਕੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤ ਨੂੰ ਪਹਿਲਾਂ ਹੀ ਗਿਆਤ ਹੈ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸ੍ਰੀ ਦਰਬਾਰ ਸਾਹਿਬ ਜੀ ਦੇ ਹਜ਼ੂਰੀ ਕੀਰਤਨੀਏ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਜਥੇ ਦੇ ਸਮੇਤ ਬੇਨਤੀ ਕਰਨ ਤੇ ਆਪਣੇ ਕੋਲ ਪਹੁੰਚੇ ਹਨ, ਜਿਨ੍ਹਾਂ ਨੇ ਲਗਭਗ ਇੱਕ ਹਫ਼ਤਾ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੁਆਰਾ ਨਿਹਾਲ ਕਰਨਾ ਹੈ। ਸਮੂਹ ਸੰਗਤ ਨੇ ਵੱਧ ਤੋਂ ਵੱਧ ਚਾਹ ਧਾਰ ਕੇ, ਚਾਹਤ ਰੱਖ ਕੇ ਆ ਕੇ ਆਪਣਾ ਸਭ ਨੇ ਆਨੰਦ ਮਾਣਨਾ ਤੇ ਲਾਹਾ ਪ੍ਰਾਪਤ ਕਰਨਾ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਸੁਣ ਕੇ ਨਿਹਾਲਤਾ ਪ੍ਰਾਪਤ ਕਰਨੀ ਹੈ। ਹੁਣ ਉਹਨਾਂ ਨੇ ਕੀਰਤਨ ਆਰੰਭ ਕਰਨਾ ਤੇ ਜਿਹੜੀ ਇੱਧਰ ਉੱਧਰ ਸੰਗਤ ਲੰਗਰ ਵਿੱਚ ਵੀ ਹੈ, ਪ੍ਰਸਾਦਾ ਪਾਣੀ ਛਕ ਕੇ ਆ ਕੇ ਸਾਰੇ ਭਾਈ ਕੀਰਤਨ ਸੁਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ